ਕੰਮ ਹੁੰਦਾ ਮਲੇਸ਼ੀਆ ਦੀ ਤੁਹਾਡੀ ਇਬਾਦਤਗਾਹ ਦੇ ਬਾਹਰ ਬੋਰਡ ਲੱਗੇ ਆ ਕਿ ਇਹ ਮੁਸਲਮਾਨਾਂ ਨਾਲ ਇਹਨਾਂ ਦਾ ਕੋਈ ਤਲਕ ਨਹੀਂ, ਕਾਦੀਆਨੀਆਂ ਦਾ। ਅਗਰ ਅਸੀਂ ਇਹਦੇ ਨਾਲ ਕੋਈ ਧੋਖਾ ਕਰ ਰਹੇ ਹਾਂ, ਝੂਠ ਬੋਲ ਰਹੇ ਹਾਂ, ਤੁਸੀਂ ਸਾਡੇ ਮੂੰਹ ਤੇ ਮਾਰੋ ਝੂਠ ਭਲੇਟ ਕੇ ਗਿਆ ਤੇ ਤੁਸੀਂ ਝੂਠ ਬੋਲਣ ਲੱਗੇ ਹੋ। ਇੱਥੇ ਪਿਛਲੇ 2 ਘੰਟੇ ਦੀ ਇਹੋ ਹੀ ਡਿਸਕਸ ਹੋਣ ਲੱਗੀ ਬੱਟ ਸਾਹਿਬ, ਸਿਰਫ ਪਾਕਿਸਤਾਨ ਦਾ ਮਸਲਾ ਨਹੀਂ ਹੈ, ਪੂਰੀ ਇਸਲਾਮਿਕ ਵਰਲਡ ਵਿੱਚ ਹੈ ਹੀ ਹੈ ਜੀ। ਕਰੋਗੇ ਇੱਕ ਤੇ ਇਹ ਦੇ ਕਿ ਮਲੇਸ਼ੀਆ ਦੇ ਬਾਰੇ ਮੈਂ ਗੱਲ ਸੁਣ ਚੁੱਕਿਆ ਵਾਂ, ਤੁਸੀਂ ਮੁਕੰਮਲ ਤੌਰ ਤੇ ਝੂਠ ਬੋਲਿਆ ਕਿ ਜੀ ਅਸੀਂ ਉਹ ਬੋਰਡ ਉੱਥੇ ਲਾਏ ਦੇ ਨੇ, ਔਰ ਮੇਰੇ ਦੋਸਤ ਨੇ ਕਹਿੰਦੀ ਭਾਈ ਨੇ ਆ ਕੇ ਤੁਹਾਨੂੰ ਦਰੁਸਤ ਵੀ ਕੀਤਾ ਕਿ ਇੰਨਾ ਝੂਠ ਨਹੀਂ ਮਾਰੀਦਾ ਕਿ ਸਿੱਧਾ ਸਾਫ਼ ਨਜ਼ਰ ਆਏ ਕਿ ਤੁਸੀਂ ਝੂਠ ਮਾਰਦੇ ਪਏ, ਸਾਰੇ ਬੈਠ ਕੇ ਤੁਸੀਂ ਮਾਰਦੇ ਪਏ ਅਲਾ ਅਸੀਂ ਨਹੀਂ ਲਾਇਆ ਬੋਰਡ ਵਾਲਾ, ਠੀਕ ਹੈ, ਉਹ ਦਰੁਸਤੀ ਹੋ ਗਈ। ਦੂਸਰੀ ਗੱਲ ਹੈ ਕਿ ਤੁਹਾਨੂੰ ਮੈਂ ਕਿਹਾ ਹੈ ਕਿ ਅਸੀਂ ਸਾਊਦੀ ਅਰਬ ਦੇ ਵਿੱਚ ਜਲਸੇ ਵੀ ਕਰਨੇ ਆ, ਸਾਡੇ ਜਲਸੇ ਵੀ ਹੁੰਦੇ ਨੇ। ਅਗਰ ਤੁਹਾਨੂੰ ਸਿਰ ਪੀੜ ਹੈ ਕਿ ਉਹ ਤੋਂ ਸਾਨੂੰ ਪੁੱਛਣਾ ਚਾਹੀਦਾ ਸਾਡਾ ਮਤਲਬ ਕੀ ਹੈ, ਅਸੀਂ ਨਬੀ ਨੂੰ ਮੰਨਦੇ ਕਿ ਨਹੀਂ ਮੰਨਦੇ, ਤਾਂ ਉਹਨਾਂ ਨੂੰ ਖੱਤ ਲਿਖੋ ਗੌਰਮੈਂਟ ਨੂੰ, ਸਾਰੇ ਪਾਕਿਸਤਾਨੀ ਉਹਨਾਂ ਨੂੰ ਖੱਤ ਲਿਖਣ, ਪਾਕਿਸਤਾਨ ਦੀ ਗੌਰਮੈਂਟ ਨੂੰ ਖੱਤ ਲਿਖਿਆ ਦੇਖੋ ਜੀ ਅਸੀਂ ਤਾਂ ਇਹਨਾਂ ਨੂੰ ਗੈਰ ਮੁਸਲਮ ਕਰਾਰ ਦਿੱਤਾ ਤਾਂ ਤੁਸੀਂ ਇਹਨਾਂ ਨੂੰ ਪੁੱਛਦੇ ਹੀ ਨਹੀਂ, ਇਹਨਾਂ ਨੂੰ ਇਜਾਜ਼ਤ ਦੇ ਰਹੇ ਹੋ, ਤੇ ਜੋ ਪੁੱਛਣਗੇ ਫਿਰ ਅਸੀਂ ਦੱਸਾਂਗੇ। ਮੈਂ ਉੱਥੇ ਇਮੀਗ੍ਰੇਸ਼ਨ ਤੇ ਜਾ ਕੇ ਮੈਂ ਕਹਿਣਾ ਕਿ ਮੈਂ ਇੱਥੇ ਉਮਰਾ ਕਰਨ ਆਇਆ, ਕਿ ਮੈਂ ਕਹਿਣਾ ਮੈਂ ਕਿਸ ਫਿਰਕੇ ਤੋਂ ਆ, ਉਹਨੂੰ ਸ਼ਾਇਦ ਮੇਰੇ ਫਿਰਕੇ ਦਾ ਪਤਾ ਹੀ ਨਾ ਇਮੀਗ੍ਰੇਸ਼ਨ ਆਫਿਸਰ ਨੂੰ, ਠੀਕ ਹੈ। ਤੇ ਅਗਰ ਕੋਈ ਐਸੀ ਚੀਜ਼ ਹੈ ਤਾਂ ਤੁਸੀਂ ਉਸ ਸਲਮਾਨ ਨੂੰ ਲਿਖੋ ਕਿ ਕਾਨੂੰਨ ਸਾਜ਼ੀ ਕਰੇ। ਤੁਹਾਨੂੰ ਕਿਹਨੇ ਮਨਾ ਕੀਤਾ? ਤੁਹਾਡੀ ਸਿਰਦਰਦ ਹੈ, ਇਹ ਉਹਦੀ ਸਲਮਾਨ ਦੀ ਸਿਰਦਰਦ ਨਹੀਂ ਹੈ ਇਹ ਫਿਰਕਾ ਵਾਰੀਅਤ, ਇਹ ਤੁਹਾਡੀ ਚੀਜ਼ ਦੇ ਵਿੱਚ ਸ਼ਾਮਲ ਹੈ। ਨਹੀਂ ਮੇਰੀ ਬਾਤ ਮੁਕੰਮਲ ਹੋਣ ਦੇ। ਫਿਰ ਜਿਹੜਾ UAE ਦਾ ਬਾਦਸ਼ਾਹ, ਉਹਦੇ ਦਾਦੇ ਨੇ ਤਾਂ ਉੱਥੇ ਮੰਦਿਰ ਨਹੀਂ ਸੀ ਬਣਾ ਦਿੱਤਾ, ਲੇਕਿਨ ਹੁਣ ਮੰਦਿਰ ਬਣਦੇ ਨੇ, ਤੇ ਉਹ ਤਬਦੀਲੀ ਆ ਗਈ ਦੀ ਹੈ। ਇਹ ਤੁਹਾਡੇ ਜੀਨਸ ਦੇ ਵਿੱਚ ਤਬਦੀਲੀ ਸ਼ਾਇਦ ਥੋੜੀ ਦੇਰ ਬਾਅਦ ਆਵੇ, ਉੱਥੇ ਉਹਨਾਂ ਦੀ ਸੋਚ ਅੱਲਾ ਨੇ ਪਹਿਲਾਂ ਤਬਦੀਲੀ ਲੈ ਆਂਦੀ ਹੈ ਕਿ ਉਹ ਇਸਲਾਮ ਨੂੰ ਜ਼ਰਾ ਬਿਹਤਰ ਤਰੀਕੇ ਨਾਲ ਸਮਝੇ ਨੇ ਕਿ ਇਸਲਾਮ ਇੰਨਾ ਤੰਗ ਨਜ਼ਰ ਨਹੀਂ ਹੈ ਜਿੰਨਾ ਤੁਸੀਂ ਇਹਨੂੰ ਬਣਾਇਆ ਦਾ। ਅੱਲਾਹ ਤਾਲਾ ਕਹਿੰਦਾ ਹਰ ਇੱਕ ਨੂੰ ਮੁਕਾਲਮੇ ਦੀ ਦਾਵਤ ਦਿੰਦਾ, ਜਾਓ ਤੁਸੀਂ ਆਪਣੀ ਮਸਜਿਦਾਂ 'ਚ ਜਾਓ, ਤੁਸੀਂ ਅਗਰ ਚਾਹੁੰਦੇ ਹੋ ਸਮਝਦੇ ਹੋ ਕੁਰਾਨ ਦਰੁਸਤ ਨਹੀਂ ਹੈ, ਇਹਦੇ ਉੱਤੇ ਦਲੀਲ ਲੈ ਆਓ, ਇਹਦੀ ਤਰ੍ਹਾਂ ਦੀ ਇੱਕ ਕਿਤਾਬ ਲੈ ਆਓ, ਠੀਕ ਹੈ। ਤੇ ਅੱਲਾਹ ਤਾਲਾ ਨੇ ਕਹਿ ਦਿੱਤਾ ਲਾ ਇਕਰਾਹ ਫੀ ਦੀਨ, तुम्हारे लिए तुम्हारा दीन, मेरे लिए मेरा दीन, कोई पाबंदी नहीं। कुरान ਜਿਹੜੀ ਚੀਜ਼ ਦੱਸਦਾ, ਕੁਰਾਨ ਦੱਸਦਾ ਕਿ ਨਬੀਆਂ ਦੇ ਇਨਕਾਰ ਕਰਨ ਵਾਲਿਆਂ ਨੇ ਨਬੀਆਂ ਨੂੰ ਮੰਨਣ ਵਾਲਿਆਂ ਤੇ ਪਾਬੰਦੀਆਂ ਲਾਈਆਂ ਨੇ। ਇੱਕ ਜਗ੍ਹਾ ਤੇ ਤੁਹਾਨੂੰ ਨਹੀਂ ਮਿਲੇਗਾ ਕਿ ਨਬੀਆਂ ਦੇ ਮੰਨਣ ਵਾਲਿਆਂ ਨੇ ਦੂਸਰੇ ਪਾਬੰਦੀਆਂ ਲਾਈਆਂ ਨੇ, ਤੇ ਲਿਹਾਜ਼ਾ ਤੁਸੀਂ ਅੰਬੀਆ ਦੇ ਇਨਕਾਰ ਕਰਨ ਵਾਲੇ ਹੋ। ਤੇ ਇਹ ਤਾਰੀਖ ਕੁਰਾਨ 'ਚ ਦੱਸੀ ਗਈ ਹੈ ਸਾਰੇ ਨਬੀਆਂ ਦੇ ਬਾਰੇ ਦੇ ਵਿੱਚ, ਲੇਕਿਨ ਕਦੀ ਵੀ ਨਹੀਂ ਹੋਇਆ ਕਿ ਸ਼ੁਕਰੀਆ ਮਜ਼ਹਬੀ ਤੇ ਫਿਕੀ ਗੱਲ ਨਹੀਂ ਪੇ ਕਰਦੇ, ਦੂਜੇ ਨੂੰ ਮੌਕਾ ਦਿਓ ਨਾ। बहुत शुक्रिया। 3 पॉइंट ने बड़े मुख्तसर में रख देना वा ताकि अगे गल टुरे। सबसे पहले ये भाई कह रहे हैं कि जनाब अपना जो है ना वो जलसे हो रहे हैं, उधर जलसे केड़ी रोड पे जलसा होया जी? मुझे कोई उसका कोई इनविटेशन कार्ड चाहिए। जलसा कहते हैं, जलसा किसे कहते हैं? जलसा कहते हैं ऐलान आम में ख़िताब करना, घर बंद कमरों के अंदर नहीं, टीवी के अंदर नहीं, मोबाइल फ़ोन के अंदर नहीं, हेडफोन्स लगा कर नहीं। जलसा केड़ी गली जो है जलसा कौन सा? दमाम के घरों के अंदर, रियाद के घरों के अंदर, जद्दा की बैठकों के अंदर, इस तरह तो बड़े लोगों का जलसा। लो जी मुबारक हो। थोड़ी देर पहले मैं कह रहा था कि अहमदियत का सऊदी अरब में जाना या मक्का मदीना की ज़ियारत करना ऐसे ही है जैसे नबी पाक सल्लल्लाहु अलैहि वसल्लम से पहले मूर्तियाँ रखी हुई थीं। मिसाल आ गई, आगे मिसाल के UAE में मंदिर बन रहा है, बस इतना काफ़ी है। तीसरी बात, कोई भी काम ए मसीहा तेरा पूरा ना हुआ, बेबसी में हुआ है तेरा आना जाना। मिर्ज़ा साहब को तो नसीब ना हुआ क्योंकि उस वक़्त तो फतवा शतवा भी कोई नहीं इतना ख़ास था। मिर्ज़ा साहब तो ना गए, वो तो हम उम्मीद छोड़ बैठे। 5 रुपये इनाम दूंगा सिक्का राजुल वक्त, 5 रुपये। ये छोटे मोटे अहमदियों की नहीं, मिर्ज़ा मसरूर साहब जाए ना शाही मेहमान बनकर, जाकर करके दिखाएं हज और उम्रा। हाँ इसी तरह मुसलमान बोल कर जाएँ, ज़रा पता चल जाएगा। बहुत शुक्रिया। अच्छा जी, अभी 1 मिनट चाहिए मुझे भी भाई। हाँ जी, वो तो एक मिनट में बात करने रहा हूँ नईम साहब, 1 मिनट के अंदर अंदर। अच्छा जी, बात ये है जो ये भाई ने कहा जी मैं जर्मनी से गया, अभी जो है सऊदी एम्बेसी डायरेक्टली किसी बंदे से ना विजिट, 2 वीजे होते हैं, एक उम्रे का वीजा होता है और एक विजिटर वीजा होता है, ज़ियारत का वीजा जिसे कहते हैं। वो डायरेक्टली सऊदी एम्बेसी किसी से भी नहीं लेती। पाकिस्तान में भी अब उन्होंने इसको सब्सिडाइज कर दिया है, प्राइवेट लोग बैठे हुए हैं, वो सिर्फ आपकी एप्लीकेशन लेते हैं कि आप मुस्लिम है या नॉन मुस्लिम है, कौन से मुल्क के हैं। वो आपकी प्रोसेसिंग फीस जो है 30 या 40 यूरो वो लेके उसको प्रोसेस करते हैं, उसके अंदर सऊदी गवर्नमेंट इन्वॉल्व नहीं है। अगर आप पाकिस्तानी हैं और कनाडा में रहते हैं तो वो सिर्फ आपसे ये पूछेंगे
आपकी नेशनैलिटी कौन सी है, आप फिलअप कर दें, मुसलमान है, इतनी सी लिखते हैं और वो प्रोसेस करके भेज देते हैं, फिर सऊदी एम्बेसी वीज़ा दे देती है। तो ये तो आप नहीं कह सकते कि वहाँ पे हम लिखते हैं कि मुस्लिम है या नॉन मुस्लिम, बात ख़त्म। और दूसरी बात ये, जो मलाइशिया की बात सुबह मैंने शुरू की थी, वो हम नहीं लगाते। आप जब असाइलम लेते हो उसके अंदर अपने आप को नॉन मुस्लिम डिक्लेयर करके असाइलम लेते हो। मेरा कहने का सुबह से जो सुबह 8 बजे से बात हो रही है वो ये है कि आप अपने आप को वहां पे नॉन मुस्लिम डिक्लेयर करते हो, उसके बाद आपका असाइलम अप्रूव होता है। अगर आप मलेशिया में और 14 दूसरे मुल्कों में अपने आप को नॉन मुस्लिम मानते हो और असाइलम लेते हो, तो आपको पाकिस्तान में क्या मसला है? अपनी मस्जिदों के बाहर वो गवर्नमेंट नहीं लिखती, वो गवर्नमेंट, लोकल गवर्नमेंट जो है, म्यूनिसिपैलिटी जो मैं बता रहा हूँ दोबारा, वो आके आपका साइन लगाती है और आपके किसी में हिम्मत नहीं है कि आप उस साइन को उतार सकते हो या रिमूव कर सकते हो। आपने झूठ बोला कि वो लोकल लगाते हैं, ये झूठ बोल रहा है, बट तो इसलिए मैं बता रहा हूँ वो म्यूनिसिपैलिटी आके लगाती है, बाय शरिया ला वो लगाती है और उसको वो रिमूव नहीं कर सकते। जज़ाकल्लाह खैर। ठीक हो गया, शुक्रिया। अब जी, अब व्हाट्सएप मैं बात बोलने करती दें। हाँ जी, हाँ जी, व्हाट्सएप करेंगे। हाँ जी, देखिए अब इन्होंने मुझ पे फौरन इल्ज़ाम लगा दिया, मैंने झूठ बोला। जब मैंने कहा लोकल लगाते हैं तो लोकल का मतलब है कि वहाँ की गवर्नमेंट के अदारे या जो भी है, मैं तो जर्मनी रहता, मुझे नहीं पता, लेकिन हम नहीं लगाते, ये था मेरा दावा। दूसरी बात आपने कहा कि जी मलेशिया में आप, वो तो कोई मलेशिया में जो गया है वही दोस्त जो आप पहले थे वही बता सकते हैं कि वहाँ पे कवानीन क्या है, कि मुसलमान लिखना पड़ता है सालम के लिए, नहीं लिखना पड़ता, उसका तो मैं जवाब नहीं दे सकता। आपने दूसरी बात की विजिटर की, देखें आपको पता है जब आपने रियाजुल जन्ना जाना होता है तो एक ऐप है, उस ऐप में आपने सारा डेटा, मैंने जो किया था सारा डेटा अपना देना होता है। आप मुसलमान है तो वो ऐप से के जरिए आपको कंफर्मेशन आ जाती है जो आप वहां पे जाके दिखाते हैं रियाजुल जन्ना जाने के लिए, ठीक है। तो ये ना आप कहें कि जी अब विजिटर होगा, विजिटर को ना वो रियाजुल जन्ना जा सकता है, मेरा उम्रा भी नहीं कर सकता, मुझे इलम कि विजिटर उम्रा कर सकता नहीं कर सकता। मैं जिस वीज़े पे गया मुझे एक एजेंसी ने वीज़ा लगवा दिया, मैं गया वहाँ पे, मैंने ऐप जो है डाउनलोड की, खुद सारा डाटा एंटर किया तो मुझे वो सब कुछ मिल गया। तो अहमदी कई जाते हैं, हर साल जाते हैं, पूरे यूरोप से जाते हैं, पाकिस्तान से भी जाते हैं। पाकिस्तान से मेरे अपने अजीज गए हैं, ठीक है, उनके पास पाकिस्तानी पासपोर्ट नहीं था, दूसरे बट साहब पासपोर्ट पे, एक लेकिन वो पाकिस्तान से वीज़ा लेके गए और पाकिस्तान से गए हैं वो उम्रा करने के लिए। बट साहब एक मिनट, आपने अभी बोला कि आपने कहा जी लोकल लगा देते हैं और लोकल अथॉरिटी आपका मतलब था। बट साहब लोकल अथॉरिटी वही कानून इम्प्लीमेंट करती है जो सेंट्रल गवर्नमेंट का कानून होता है। जी जी, सिर्फ मैं इससे implement- इनकार नहीं कर रहा, दुरुस्त कह रहे हैं आप। सो आप ये माने कि ऑफिशियल तौर पर हुकूमती लेवल पर आपको वहां पर मुसलमान नहीं माना जाता, और इस बात को भी आप माने कि आपके अकायद को उन्होंने पढ़ा, देखा, असेस किया और इसके बाद उन्होंने कंक्लूड किया कि आप दायरा इस्लाम से खारिज हैं। बात इतनी सी है। हाँ जी, बाकी हाँ जी। बात लंबी करते जाएं, ओ जी फलां गया, तारक गया, फलां गया उधर, जी वो ट्रंप गया मक्का के अंदर, ये हुआ वो हुआ, ये बातें ज़िमनी हैं सारी। हाँ बात जी, ये है कि जहां पर भी आपका केस पेश हुआ हुकूमती लेवल पर, आपके अकायद को देखा गया, आपकी कुतुब को पढ़ा गया और उसके बाद यही कंक्लूड किया गया कि आप दायरा इस्लाम से खारिज हैं। शुक्रिया जी राजा साहब, देखें मैंने भी फिर कुरान का हवाला दे दिया ना, तो कुरान तो तारीख अंबिया के यही बयान करते हैं कि नबियों के मानने वालों ने कभी भी ऐसा नहीं किया, नबियों के इनकार करने वालों ने हमेशा किया है। तो हमारी निस्बत किन से बनती है नहीं और नहीं, आपकी निस्बत किन से बनती ये है? हमें बात हमारी बेशक आप निस्बत कर लें मुबारक हो, कुरान से, जो आपको आपको अपनी निस्बत मुबारक हो। शुक्रिया। आपको आप जो मर्जी गाड़ लें, हमें इससे कोई कुछ नहीं है। हमारे जो मलेशिया के अंदर भी जो उलमा हैं, जो फतवा जारी किए हैं, राजा साहब आज हम बात कानूनी जो शक्ल है ना, कानूनी हैसियत है इनकी, उस पे कर रहे हैं, ना कि मजहब जी 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 बिल्कुल। और इनके मजहब को परखा गया जो है ना। अपने दिल से कहते हैं। हम कानूनी हैसियत पे बात, बिल्कुल हाँ जी, मैंने तो यही बात में लेकिन अब कानूनी जो आपकी हैसियत है वहां पर वो नॉन मुस्लिम वाली है। दुरुस्त 100% यही है, बिल्कुल। देखें वो साइन सामने लगा हुआ है और इनकी इबादत गाह के बाहर लगा हुआ है। अब भी ये तरह तरह की तावीलें पेश कर रहे हैं। उस पर बात करें कि क्यों लगाया हुआ है। मेरी इबादत गाह के बाहर इंग्लैंड में कोई ये साइन लगाए, मैं उखाड़ कर परा फेंकूंगा। जुर्त किसकी है?
मेरी इबादतगाह के बाहर ये साइन लगाए। हाँ, अगर मैं इस्लाम से अगर वो मुझे खारिज समझते हैं और कानूनी तौर पर वहां पर लगाते हैं, मेरी क्या जरूरत है कि मैं उखाड़ कर पर फेंकूं उसको। बात अस्सलाम वालेकुम जी, ये जी भट्ट साहब से हज़रत ईसा के लिए कानून ही हरकत में आया था, उनकी जरूरत नहीं थी कि स्लीप को तोड़ देते। जी 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 जी, एक सवाल वो तो नबी थे ना, आप तो पता नहीं, आपका तो कोई नंबर ही कोई नहीं है खुदा के पास। वो तो नबी थे, उन्होंने स्लीप को कोई नहीं तोड़ा, जी जी ना जी ही चैलेंज किया उसके जो गवर्नर था उसके फैसले को। राजा साहब से एक सवाल पूछना चाह रहा हूँ। राजा साहब, आपसे एक सवाल है। आपका ऑफिस है, ठीक है, टेक्निकल चीज़ है, अगली सी बात। राजा साहब, आपका ऑफिस है लीगल जो है ना वो काउंसलिंग का या कंसल्टेंसी का, लीगल आपका ऑफिस है। उसके बाहर आके जनाब गवर्नमेंट लगा जाए एक बोर्ड, गवर्नमेंट, और आपको पता हो कि आप ठीक हैं, आप जेन्युइन हैं, आप हर चीज़ आपकी पूरी है, डॉक्यूमेंटेशन है, आगे बोर्ड लगा जाए कि राजा साहब जो हैं ये इलीगल हैं, इनके पास नहीं जाना, इनका किसी किस्म की कंसल्टेंसी से, कोई फर्म से कोई ताल्लुक़ नहीं है। राजा साहब, आप केस लड़ेंगे या उस बोर्ड को लगा रहने देंगे? सिंपल, आपकी गैरत क्या गवारा करती है? सर, मैं सिर्फ केस नहीं लड़ूंगा, उस बोर्ड, वो अगर गलत बोर्ड लगा है, मैं लीगल हूं और उसने इलीगल काम किया है, मैं कंपनसेशन भी डिमांड करूंगा। थैंक यू थैंक यू थैंक यू, बस इतनी सी बात है जी। इसका मतलब ये है कि ये या तो इनके पास गैरत नहीं है, दो चीज़ें, या गैरत नहीं है या इनके पास गैरत नहीं है। बहुत शुक्रिया जी। भट्ट साहब कर लें जी बात, बारी आप। हाँ जी, चले मैं बात कर लेता हूँ, मैं जाने वाला था। देखिए, इसमें गैरत का मामला, वो आपकी गैरत में देखी कि पाकिस्तान में कितनी गैरत है कि अगर किसी को कानूनी तौर पे भी पाबंदी, माशरती तौर पे भी पाबंदी, उसके हाथ भी बांध देने, मुंह भी बांध देना, पुलिस भी दाएं बाएं, और सर के ऊपर तलवार लटकाना, उसको गालियां देना, मारना, ये है आपकी गैरत। और जो हम पाकिस्तान में, अब मुझे बात करने दें, जो हम पाकिस्तान में देखते हैं, जहां तक अंबिया का मामला है, मैंने कहा कि हज़रत ईसा अलैहिस्सलाम ने सलीब तो कोई नहीं तोड़ी, ना उन्होंने कोई ऐसी हरकत की कि जो गवर्नर का फैसला था उसके खिलाफ बगावत हो। तो अंबिया जो हैं वो कानून के ताबे ही ज़िंदगी गुजारते हैं, और हम भी कानून के मुताबिक ही ज़िंदगी गुजारते हैं। अगर वो बोर्ड लगाते हैं वो लगाएं, लेकिन हमें कहें जी हम लगाएं तो हम मलेशिया को भी छोड़ देंगे। अल्लाह ताला ने हमें हिजरत का, अल्लाह ताला ने कहा कि वो हिजरत क्यों नहीं करते? अल्लाह ताला की ज़मीन बहुत बड़ी है, अल्लाह ताला ने हिजरत को करने को पसंद किया है, तो हम अल्लाह ताला की बात मानेंगे, हिजरत करेंगे, आपकी बात थोड़ी मानेंगे। शुक्रिया। साहब, सिर्फ मुख्तसरन बात यह है कि आप पाकिस्तान को बदनाम करना छोड़ दें कि सियासी वजूहात पर आपको पाकिस्तान वालों ने कोई कुछ किया है, ऐसा कोई मसला नहीं है। सिर्फ मकसद ये है बात करने का, कानूनी तौर पर आपको हर जगह पर जहां पर आपका अकीदा पहचाना जाता है उस पर पाबंदी लगती है और लगनी चाहिए, क्योंकि आप इस्लाम के नाम मुन्नू भी एक मिनट दे दियो, बड़ी देर हो गई। ਗੁਜਰਾਤੀਆਂ ਨੂੰ ਟਾਈਮ ਦਿਓ, ਗੁਜਰਾਤੀ ਲੜ ਪੈਣਗੇ ਜੀ। ਸਾਕੀ ਸਾਹਿਬ ਕਰੋ ਗੱਲ। ਉਹ ਮੈਂ ਗੱਲ ਭੱਟ ਸਾਹਿਬ ਦੀ ਗੱਲ ਤੋਂ ਮੈਨੂੰ ਯਾਦ ਆ ਗਈ ਸੀ, ਜਿਹੜਾ ਮੈਂ ਵੀ ਉਮਰਾ ਕਰਕੇ ਆਇਆ ਵਾਂ 6-7 ਮਹੀਨੇ ਪਹਿਲੇ। ਅਗਰ ਤੁਸੀਂ ਉਹਦੇ ਵਿੱਚ ਭੱਟ ਸਾਹਿਬ ਅਹਿਮਦੀਆ ਮੁਸਲਮ ਦਿੱਤਾ ਹੈ ਨਾ, ਤੇ ਫੇਰ ਤੇ ਤੁਹਾਨੂੰ ਨਹੀਂ ਵੀਜ਼ਾ ਲੱਭਣਾ, ਤੁਹਾਨੂੰ ਸਿਰਫ ਮੁਸਲਮ ਲਿਖਿਆ ਹੋਣਾ ਤੁਸੀਂ। ਕਿਉਂਕਿ ਮੇਰਾ ਇੱਕ ਦੋਸਤ ਹੈ, ਉਹ ਵੀ ਜਮਾਤ ਦਾ ਹੀ ਆ, ਤੇ ਉਹਨੇ ਕਿਹਾ ਸੀ ਮੈਂ ਤੇ ਜਿਹੜਾ ਨਾ ਅਹਿਮਦੀਆ ਮੁਸਲਮ ਹੀ ਲਿਖਣਾ। ਉਹ ਤੇ ਮੇਰਾ ਖਿਆਲ ਹੈ ਪੱਕਾ ਹੀ ਬੈਨ ਹੋ ਗਿਆ। ਉਹਨੇ ਬਾਅਦ ਚ ਵੀ 3-4 ਦਫਾ ਟਰਾਈ ਕੀਤੀ ਮੁਸਲਮ ਦੇ। ਸੁਭਾਨ ਅੱਲਾਹ, ਸੁਭਾਨ ਅੱਲਾਹ। ਗੁਜਰਾਤੀਓ ਤੇ ਗੁਜਰਾਤੀ ਹੋਵੇ ਤੇ ਖੁੱਲ ਕੇ ਨਾ ਬੋਲੇ ਹੈ, ਗੁਜਰਾਤੀ ਹੋਵੇ ਤੇ ਖੁੱਲ ਡੁੱਲ ਕੇ ਨਾ ਬੋਲੇ। ਵੇਖੋ ਜਨਾ ਐਸੀ ਹੁਸੀ 10 ਫੁੱਲਾਂ ਦਾ ਮੈਂ ਜੱਛਾ ਮਾਰਿਆ ਗੁਜਰਾਤੀ ਨੂੰ। ਚੁੱਪ ਕਰਨ ਦੋ ਗੱਲ। ਸਾਕੀ ਜੀ ਜੀ, ਸਾਕੀ ਸਾਹਿਬ ਕਰੋ। ਬਾਕੀ ਆਪਣਾ ਜਿਹੜੀ ਗੱਲ ਹੈ ਭੱਟ ਸਾਹਿਬ ਸਲੀਬ ਤੋੜਨ ਵਾਲੀ, ਤੇ ਉਹ ਮੈਨੂੰ ਸਿਰਫ ਜਵਾਬ ਦੇਵੋ ਕਿ ਉਹ ਟੁੱਟ ਗਈ ਹੈ ਕਿ ਨਹੀਂ, ਇਹ ਮੈਨੂੰ ਜਵਾਬ ਦੇ ਦਿਓ ਬਸ। ਜੀ ਜਨਾਬ, ਮੈਂ ਉਹ ਅਕੀਦੇ ਦੇ ਬਾਰੇ, ਸਾਡਾ ਕੀ ਅਕੀਦਾ, ਇਹ ਗੱਲ ਨਹੀਂ ਸੀ ਕੀਤੀ। ਮੈਂ ਕਿਹਾ ਸੀ ਕਿ ਹਜ਼ਰਤ ਈਸਾ अलैहिस्सलाम ਨੂੰ ਜਦੋਂ ਸਲੀਬ ਹੋਈ ਤਾਂ ਉਹਨਾਂ ਸਲੀਬ ਤਾਂ ਨਹੀਂ ਤੋੜੀ। ਫਿਰ ਇਹ ਕਹਿੰਦੇ ਨੇ ਕਿ ਤੁਸੀਂ ਬੋਰਡ, ਮੈਂ ਹੁੰਦਾ ਤੇ ਮੈਂ ਕਰਦਾ, ਉਹ ਕਰਦਾ। ਮੈਂ ਕਿ ਉਹਨਾਂ ਤਾਂ ਨਹੀਂ ਸੀ ਕੀਤਾ, ਮੈਂ ਗੱਲ ਕਰਨਾ ਪਿਆ। ਉਹਨਾਂ 'ਚ ਗੈਰਤ ਨਹੀਂ ਸੀ ਹੈਗੀ ਜਿਹੜੀ ਆਪਣੀ ਗੈਰਤ ਵਿਖਾਉਂਦੇ ਨੇ, ਤੇ ਗੈਰਤ ਦਾ ਮਾਮਲਾ ਵੀ ਅੱਲਾਹ ਤਾਲਾ ਦੇ ਨਾਲ ਹੈ। ਉਹ ਗੱਲ ਤੁਹਾਡੇ ਵਾਲੀ ਬਿਲਕੁਲ ਠੀਕ ਹੈ। ਮੈਂ ਬੜਾ ਬਹਾਦਰ ਆ ਤੇ ਮੇਰੇ 'ਚ ਬੜੀ ਗੈਰਤ ਹੈ। ਦੂਸਰੇ ਗੈਰਤ ਨਹੀਂ, ਅਸੀਂ ਗੈਰਤ ਵੇਖਦੇ ਹਾਂ ਪਾਕਿਸਤਾਨ ਦੇ ਵਿੱਚ, ਔਰ ਦੁਨੀਆ ਵੀ ਵੇਖਦੀ ਹੈ। ਇਸੇ ਵਾਸਤੇ ਦੁਨੀਆ ਨਾਲ ਕੀ ਤਾਲੁਕਾਤ ਨੇ ਤੁਹਾਡੇ, ਕਿਸ ਤਰ੍ਹਾਂ ਦੇ ਤਾਲੁਕਾਤ ਨੇ, ਅਰਬੀ ਤੁਹਾਨੂੰ ਕੀ ਸਮਝਦੇ ਨੇ, ਹੁਣ ਉਹ ਮੌਜੂ ਨਹੀਂ ਹੈ ਤੇ ਮੈਂ ਛੇੜਨਾ ਵੀ ਨਹੀਂ ਚਾਹੁੰਦਾ। ਠੀਕ ਹੈ, ਸਿਆਸੀ ਗੱਲ ਹੈ, ਇਹ ਸਿਆਸੀ ਗੱਲ ਹੈ। ਉਹ ਜਮਾਤ ਅਹਿਮਦੀਆ ਨਾਲ ਤਲਕ ਜਿਹਨਾਂ ਦਾ। ਰਾਜਾ ਸਾਹਿਬ ਇੱਕ ਮਿੰਟ। ਉਹ ਭੱਟ ਸਾਹਿਬ ਜਿਹੜੇ ਬੰਦਾ ਤੁਹਾਡੇ ਉੱਤੇ ਗੱਲ ਪਿਆ ਕਰਦਾ ਜਮਾਤ ਅਹਿਮਦੀਆ ਦਾ ਜੇ,
ਹੋਸ਼ ਨਾਲ ਗੱਲ ਕਰੋ। ਹਾਂਜੀ, ਅੱਲਾਹ ਤਾਲਾ ਕਹਿੰਦਾ ਹੈ, ਮੁਸਲਮਾਨ ਭਾਈ ਭਾਈ ਨੇ, ਠੀਕ ਹੈ ਜੀ। ਤੁਸੀਂ ਦੁਸ਼ਮਣ ਬਣ ਜਾਓ ਤੇ ਕਹੋ ਜੀ ਅਸੀਂ ਸਿਆਸੀ ਹਾਂ, ਤੇ ਮੁਸਲਮਾਨ ਵੀ ਹਾਂ ਅਸੀਂ ਤੇ ਸਿਆਸੀ ਵੀ ਹਾਂ, ਜਦਕਿ ਕੁਰਾਨ ਕਹਿ ਰਿਹਾ ਕਿ ਮੁਸਲਮਾਨ ਭਾਈ ਭਾਈ ਨੇ। ਕੋਈ ਕੁਰਾਨ ਦੀ ਤੇ ਕਮ ਸੇ ਕਮ ਗੱਲ ਤੁਹਾਡੇ ਕੋਲ ਹੋਣੀ ਉਹ ਚਾਹੀਦੀ। ਜਿਹੜੀ ਗੱਲ ਉਹ ਬੰਦਾ ਵੀ ਪੁੱਛਦਾ ਉਹਦਾ ਜਵਾਬ ਅੱਛਾ, ਹੈ ਮੈਂ ਜੇ ਜਾਣਾ ਹੁਣ। ਕੋਈ ਜਮਾਤਾਂ ਦੀਆਂ ਤਾਂ ਬੰਦਾ ਤੁਹਾਨੂੰ ਸਵਾਲ ਖੁਦਾ ਹਾਫਿਜ਼। ਚਲੋ। ਔਰ ਸਾਕੀ ਸਾਹਿਬ ਨੂੰ ਕੋਈ ਸਾਕੀ ਸਾਹਿਬ ਰੋਟੀ ਕੰਨ ਚ ਪਾਉਂਦੇ ਨੇ, ਉਹਨਾਂ ਨੇ ਦੱਸਦਾ ਪਿਆ ਜਮਾਤ ਅਹਿਮਦੀਆ ਦੀ ਕੀ ਪੋਜੀਸ਼ਨ ਤੇ ਉਹ ਆਪੂ ਕਿੱਥੇ ਖੜੇ ਨੇ। ਤੁਸੀਂ ਚੁੱਪ ਕਰ ਜਾਓ, ਉਹਨਾਂ ਨੂੰ ਆਪ ਫੈਸਲਾ ਕਰਨ ਦਿਓ। ਆਮਰ ਭਾਈ ਸਵਾਲ ਇਹ ਵੇ ਕਿ ਜਰਮਨੀ ਦੇ ਵਿੱਚ ਬੰਦਾ ਬੈਠਾ ਹੈ ਤੇ ਉਹ ਮਲੇਸ਼ੀਆ ਦੇ ਲੋਕਾਂ ਨੂੰ ਕਹਿ ਰਹੇ ਸੀ ਇੱਜ਼ਤ ਕਰ ਜਾਵਾਂਗੇ, ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ। ਜਦੋਂ ਜਰਮਨੀ 'ਚ ਗੱਲ ਹੋਏਗੀ ਨਾ ਅਸੀਂ ਵੇਖਾਂਗੇ ਕਿੰਨਾ ਕੁ ਤੁਸੀਂ ਵੱਧ ਕੇ ਅੱਗੇ ਕਹਿੰਦੇ ਹੋ। ਬਹੁਤ ਸ਼ੁਕਰੀਆ। ਹਾਂ, ਜਿਹੜੇ ਮਲੇਸ਼ੀਆ ਦੇ ਵਿੱਚ ਨੇ ਨਾ ਮੰਦੇ ਹਾਲਾਤ ਤੋਂ, ਉਹਨਾਂ ਤੋਂ ਪੁੱਛੋ। ਅਸਲ ਹੈ ਅੱਜ ਦੀ ਜਿਹੜੀ ਡਿਸਕਸ਼ਨ ਹੈ, ਅਬੂ ਬਕਰ ਮੀਰ ਭਾਈ ਨੂੰ ਗੱਲ ਕਰਨ ਵਿਚਾਰਾ ਚਰੋਕਣਾ ਮਾਈਕ ਖੋਲਦਾ ਫਿਰ ਬੰਦ ਕਰਾ ਕਰੋ ਭਾਈ। ਅਬੂ ਬਕਰ ਮੀਰ ਭਾਈ। ਅਮਰ ਭਾਈ ਜਿਹੜਾ ਇੱਕ ਸਵਾਲ ਤੁਹਾਡੇ ਨਾਲ ਇਹ ਜਿਹੜਾ ਸਊਦੀ ਅਰਬ ਕਹਿ ਰਹੇ ਕਿ ਜੀ ਇਹ ਜਾਂਦੇ ਨੇ ਹੱਜ ਵੀ ਤੇ ਉਮਰਾ ਵੀ ਕਰਨ ਵਾਸਤੇ, ਇਹਦੇ ਮੇਰਾ ਇੱਕ ਛੋਟਾ ਜਿਹਾ ਸਿਰਫ ਸਵਾਲ ਹੈ ਕਿ ਮੱਕਾ ਤੇ ਮਦੀਨਾ ਦੀਆਂ ਛਾਤੀਆਂ ਜਿਹੜੀਆਂ ਨੇ ਉਹ ਤੇ ਖੁਸ਼ਕ ਹੋ ਗਈਆਂ ਨੇ, ਔਰ ਸ਼ਾਇਦ ਜਿਹੜਾ ਉਹ ਕਾਦੀਆਨ ਤੋਂ ਜਾਰੀ ਹੈ ਤੇ ਮਰਜ਼ਈਆਂ ਨੂੰ ਵੈਸੇ ਵੀ ਸ਼ਰਮ ਕਰਨੀ ਚਾਹੀਦੀ ਕਿ ਉੱਥੇ ਜਾਣਾ ਹੀ ਨਹੀਂ ਚਾਹੀਦਾ। ਦੂਸਰੀ ਗੱਲ ਹੈ ਵੀ ਕਿ ਇਹਨਾਂ ਦਾ ਜਿਹੜਾ ਖਲੀਫਾ ਹੈ ਇਸ ਵਕਤ ਮੌਜੂਦਾ ਖਲੀਫਾ ਵੀ, ਵੈਸੇ ਤਾਂ ਇਹਨਾਂ ਦਾ ਕੀਤਾ ਕਿ ਖਲੀਫਾ ਵੀ ਜਿਹੜਾ ਉਹ ਖੁਦਾ ਬਣਾਉਂਦਾ ਔਰ ਮਾਮੂਰ ਹੁੰਦਾ ਹੈ ਖਲੀਫਾ, ਤੇ ਮੇਰਾ ਤਾਂ ਖਿਆਲ ਹੈ ਕਿ ਸਾਰਾ ਮਸਲਾ ਹੀ ਹੱਲ ਹੋ ਜਾਂਦਾ ਹੈ ਕਿ ਇਹਨਾਂ ਦਾ ਖਲੀਫਾ ਜਿਹੜਾ ਹੈ ਨਾ ਉਹਨੂੰ ਤੇ ਸਭ ਤੋਂ ਪਹਿਲੇ ਉਹਨੂੰ ਹਾਜੀ ਜਾਂ ਉਮਰਾ ਕਰਨਾ ਚਾਹੀਦਾ ਹੈ, ਕਿਉਂਕਿ ਉਹਦੇ ਤੇ ਤਾਂ ਫਰਜ਼ ਹੈ, ਵਾਜਬ ਹੈ ਉਹਦੇ ਤੇ, ਕਿਉਂਕਿ ਜਿਹੜਾ ਇਸਤਾਤ ਰੱਖਦਾ ਹੈ ਹਾਜੀ ਜਾਂ ਉਮਰਾ ਦੀ ਔਰ ਉਹ ਅਗਰ ਹੱਜ ਜਾਂ ਉਮਰਾ ਕਰਨ ਨਹੀਂ ਜਾਂਦਾ ਤੇ ਉਹਨੂੰ ਤਾਂ ਵੈਸੇ ਹੀ ਇਸਲਾਮ ਤੋਂ ਨਿਕਲ ਜਾਣਾ ਚਾਹੀਦਾ ਹੈ। ਤੇ ਇਹਨਾਂ ਦਾ ਖਲੀਫਾ ਅਗਰ ਹਾਜੀ ਜਾਂ ਉਮਰਾ ਕਰਦਾ ਹੈ ਤੇ ਸਾਰਾ ਮਸਲਾ ਮਸਾਇਲ ਹੀ ਹੱਲ ਹੋ ਜਾਣਗੇ। ਸਾਰੀਆਂ ਜਿੰਨੀਆਂ ਵੀ ਇਹ ਗੱਲਾਂ ਕਰਦੇ ਨੇ ਕਿ ਜੀ ਉੱਥੇ ਸਾਡੇ ਤੇ ਕੋਈ ਪਾਬੰਦੀ ਨਹੀਂ ਹੈ, ਕੋਈ ਪੁੱਛਦਾ ਨਹੀਂ ਹੈ, ਕੋਈ ਫਿਰਕਾ ਨਹੀਂ ਪੁੱਛਦਾ, ਕੋਈ ਇਹ ਨਹੀਂ ਪੁੱਛਦਾ, ਤੇ ਮਿਰਜ਼ਾ ਮਸਰੂਰ ਸਾਹਿਬ ਕਿਉਂ ਨਹੀਂ ਜਾਂਦੇ ਹੱਜ ਕਰਨ ਜਾਂ ਉਮਰਾ ਕਰਨ? ਸਾਨੂੰ ਵੀ ਪਤਾ ਲੱਗੇ ਕਿ ਹਾਂ ਜੀ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੈ ਜਾਂ ਇਹ ਜਾ ਸਕਦੇ ਨੇ। ਸ਼ੁਕਰੀਆ। ਅਲੀ ਮਾਈਕ ਮਿਊਟ ਕਰ ਦੇ, ਬੜਾ ਸ਼ੋਰ ਹੈ। ਨਹੀਂ ਉਹ ਤੇ ਅਬੂ ਬਕਰ ਮੀਰ ਭਾਈ ਤੁਸੀਂ ਜਿਹੜੀ ਗੱਲ ਕੀਤੀ ਏ ਉਹ ਤੋਲ ਕੇ ਕਰ ਛੜੀਏ ਵੀ ਇਹਨਾਂ ਦੇ ਦੂਜੇ ਖਲੀਫਾ ਨੇ ਲਿਖਿਆ ਹੈ, ਸਾਕੀ ਸਾਹਿਬ बशीरुद्दीन महमूद अहमद साहब ने लिखा है कि मक्का और मदीना की छातियां खुश्क हो गई हैं, कादियान तो फैज जारी होना है, तो इन्हां नूं जाना ही नहीं चाहिए अखलाकी तौर पर। जेड़ा ਤੁਸੀਂ ਮੈਨੂੰ ਦੱਸਣ ਗਏ ਹੋ ਨਾ ਨਹੀਂ ਜਾਣਾ, नबी पाक दे पीछे टुरदे उन्हां नहीं पता नहीं जाना। जी जी करो गल। ਮੈਂ ਕਿਹਾ ਤੁਸੀਂ ਕਹਿਣ ਲੱਗੇ ਸੋ ਨਾ ਨਹੀਂ ਜਾਣਾ ਚਾਹੀਦਾ, ਤੇ ਮੈਂ ਦਿਲ 'ਚ ਸੋਚ ਰਿਹਾ ਸਾਂ ਅਮਨ ਨਜ਼ੀਰ ਭਾਈ ਨੂੰ ਜਵਾਬ ਦੇਣਾ, ਤੇ ਚਰਨ ਤੁਹਾਡਾ ਨੈਟ ਹੀ ਬੰਦ ਹੋ ਗਿਆ। ਜਾਰੀ ਕਰੋ ਤੁਸੀਂ ਅਮਰ ਭਾਈ ਗੱਲ। ਨਹੀਂ ਉਹ ਬਸ ਮੈਂ ਰੋਡ ਤੇ ਆਇਆ। ਹਾਂਜੀ ਮੈਂ ਇੰਨੀ ਗੱਲ ਹੀ ਕਹਿਣ ਲੱਗਾ ਸੀ ਕਿ اخلاقی ਤੌਰ ਉੱਤੇ ਜਿਹੜਾ ਮੇਰਾ ਰਹਿਨੁਮਾ ਹੈ, ਜਿਹੜਾ ਮੇਰਾ ਰਹਿਬਰ ਹੈ, ਜਿਹਨੂੰ ਮੈਂ ਮੁਸਲਿਮ ਮਊਦ ਮੰਨਣਾ, ਅਗਰ ਉਹ ਮੈਨੂੰ ਕਹਿੰਦਾ ਕਿ ਮੱਕਾ ਮਦੀਨਾ ਦੀਆਂ ਛਾਤੀਆਂ ਖੁਸ਼ਕ ਹੋ ਗਈਆਂ ਨੇ, ਫੈਜ਼ ਕਾਦੀਆਂ ਤੋਂ ਜਾਰੀ ਹੁੰਦਾ ਹੈ, ਤੇ ਫਿਰ ਕਾਦੀਆਂ ਜਾਣਾ ਚਾਹੀਦਾ, ਮੱਕੇ ਮਦੀਨੇ ਤੇ ਜਾਣਾ ਹੀ ਨਹੀਂ ਚਾਹੀਦਾ। ਲੇਕਿਨ ਬੰਦਿਆਂ ਨੂੰ ਕਿਉਂਕਿ ਦੱਸੀ ਸੱਜੀ ਜਾਂਦੀ ਹੈ, ਮਾਰੀ ਖੱਬੀ ਜਾਂਦੀ ਹੈ, ਲੋਕਾਂ ਨੂੰ ਦੱਸਿਆ ਜਾਂਦਾ ਤੁਸੀਂ ਮੁਸਲਮਾਨ ਹੋ ਤੇ ਚਲਾਇਆ ਜਾਂਦਾ ਉਹਨਾਂ ਨੂੰ ਕੁਫਰ ਦੇ ਰਸਤੇ ਤੇ। ਇਸ ਕਰਕੇ ਲੋਕ ਜਿਹੜੇ ਭਲੇ ਮਾਨਸ ਜਿਹੜੇ ਅਕਾਇਦ ਨੂੰ ਨਹੀਂ ਜਾਣਦੇ, ਕੁਤਬ ਦਾ ਮਤਾਲਿਆ ਨਹੀਂ ਰੱਖਦੇ ਨਾ, ਉਹ ਮੱਕੇ ਮਦੀਨੇ ਵੱਲ ਭੱਜਦੇ ਨੇ ਕਿ ਵੀ ਅਸੀਂ ਤੇ ਮੁਸਲਮਾਨ ਆ, ਅਸੀਂ ਤੇ ਮੱਕੇ ਮਦੀਨੇ ਜਾਣਾ ਹੈ। ਹਕੀਕਤ ਇਹ ਵੇ ਕਿ ਇਹਨਾਂ ਦੇ ਖਲੀਫਾ ਸਾਹਿਬ ਨੇ ਕਿਹਾ ਕਿ ਮੱਕਾ ਮਦੀਨਾ ਦੀਆਂ ਛਾਤੀਆਂ ਖੁਸ਼ਕ ਹੋ ਗਈਆਂ ਨੇ, ਤੇ ਇਹਨਾਂ ਦਾ ਮੱਕਾ ਮਦੀਨਾ ਵਾਲਾ ਹੁਣ ਤਲਕ ਸ਼ਲਕ ਤੇ ਕੱਟਿਆ ਗਿਆ ਹੈ। ਦੂਸਰੀ ਗੱਲ ਜਿਹੜੀ ਉਹ ਕਰਦੇ ਨੇ ਅਬੂ ਬਕਰ ਮੀਰ ਭਾਈ ਕਿ ਖਲੀਫਾ ਸਾਹਿਬ ਨੂੰ ਜਾਣਾ ਚਾਹੀਦਾ, ਤੇ ਇਹਨਾਂ ਤੋਂ ਜਿਹੜਾ ਮੌਜੂਦਾ ਖਲੀਫਾ, ਇਹਨਾਂ ਤੋਂ ਪਹਿਲਾਂ ਜਿਹੜਾ ਖਲੀਫਾ ਸੀ ਨਾ, ਉਹਨੇ ਆਫੀਸ਼ੀਅਲੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਅਗਰ ਮੈਨੂੰ ਇਜਾਜ਼ਤ ਦਿਓ ਤੇ ਮੈਂ ਆ ਜਾਵਾਂ, ਤੇ ਉਹਨਾਂ ਆਖਿਆ ਸੀ ਇਹ ਜੋਕੂ ਮੰਨਣਾ ਇਹਨੂੰ ਛੱਡ ਕੇ ਆ ਜਾ, ਜੋਕੂ ਤੂੰ ਅਕੀਦਾ। ਉਹਨਾਂ ਨੂੰ ਕਿਉਂਕਿ ਉਹਦਾ ਤੇ ਪਤਾ ਹੈ, ਉਸ ਬੰਦੇ ਦੇ ਸਟੇਟਸ ਦਾ ਤੇ ਪਤਾ ਸੀ ਕਿ ਬੰਦਾ ਕੌਣ ਹੈ ਜਿਹੜਾ ਆਪਣੇ ਸਫਾਰਤਖਾਨੇ ਦੇ ਜ਼ਰੀਏ ਮੈਨੂੰ ਅਪਰੋਚ ਪਿਆ ਕਰ। ਜਿਹੜੇ ਮੌਜੂਦਾ ਆਮ ਬੰਦੇ ਨੇ ਸ਼ਹਿਰੀ, ਉਹਨਾਂ ਦੇ ਤੇ ਸਟੇਟਸ ਦਾ ਨਹੀਂ ਪਤਾ ਹੁੰਦਾ ਕਿ ਹਾਂ
ਤਾਂ ਕਿ ਤੁਸੀਂ ਮੰਨਦੇ ਹੋ। ਆਪਣੇ ਆਪ ਨੂੰ ਮੁਸਲਮਾਨ ਕਹਿਲਵਾਉਂਦੇ ਨੇ, ਉਹਨਾਂ 'ਚ ਕੋਈ ਇੱਕੋ ਜਿਹੇ ਕਾਨੂੰਨ ਤੇ ਨਹੀਂ ਹੈਗੇ। ਹਰ ਮੁਲਕ ਦਾ ਆਪਣਾ ਕਾਨੂੰਨ ਹੈ। ਬਾਜ਼ ਮੁਲਕਾਂ ਨੇ ਗੈਰ ਮੁਸਲਿਮ ਕਰਾਰ ਦਿੱਤਾ ਹੈ, ਅਕਸਰੀਅਤ ਨੇ ਨਹੀਂ ਦਿੱਤਾ। ਲੇਕਿਨ NTM ਦੀ ਮੂਵਮੈਂਟ ਚੱਲਦੀ ਹੈ, ਉਹਨਾਂ ਦਾ ਤੇ ਵਸ ਨਹੀਂ ਚੱਲਦਾ ਕਿ ਉਹਨਾਂ ਨੂੰ ਸਾਹ ਵੀ ਲੈਣ ਦੇਣ, ਤੇ ਉਹ ਆਪਣੀ ਦੁਸ਼ਮਣੀ ਦੇ ਵਿੱਚ ਅੱਗੇ ਨੇ। ਜਿੱਥੇ ਉਹਨਾਂ ਦਾ ਇਨਫਲੂਐਂਸ ਹੋ ਜਾਂਦਾ ਉੱਥੇ ਬਦਤਮੀਜ਼ੀ ਹੋ ਜਾਂਦੀ ਹੈ, ਤੇ ਜਦੋਂ ਤੱਕ ਉਹਨਾਂ ਦੀ ਸ਼ਰ ਤੋਂ ਦੂਸਰੇ ਮਮਾਲਕ ਮਹਿਫੂਜ਼ ਰਹਿੰਦੇ ਨੇ ਉੱਥੇ ਅਮਨ ਅਮਾਨ ਰਹਿੰਦਾ। ਸਿੰਪਲ ਜੀ ਗੱਲ। ਸਰ ਮੈਂ ਥੱਲੇ ਚੱਲਾਂ 2-4 ਮਿੰਟ ਬਾਅਦ ਆਉਣਾ, ਤੁਸੀਂ ਕਰੋਗੇ। ਨਹੀਂ ਤਾਰ ਅਮਜਦ ਸਾਹਿਬ, ਇਹ ਜਿਹੜਾ ਅਸੀਂ ਅੱਗੇ ਦੱਸਿਆ ਇੱਕ ਸਾਈਨ ਬੋਰਡ ਲੱਗਾ ਮਲੇਸ਼ੀਆ ਵਿੱਚ ਤੁਹਾਡੀ ਇਬਾਦਤਗਾਹ ਦੇ ਬਾਹਰ, ਇਸਨੇ ਹਵਾਲੇ ਨਾਲ ਕੀ ਕਹਿ ਸਕਦੇ ਤੁਸੀਂ? ਪਤਾ ਨਹੀਂ ਤੁਹਾਡੀ ਕਿਹੜੀ ਇਬਾਦਤਗਾਹ ਹੁੰਦੀ ਹੈ, ਤੁਸੀਂ ਕਿੱਥੇ ਜਾਂਦੇ ਹੋ? ਉੱਥੇ ਅੱਗੇ ਕੀ ਬੋਰਡ ਲੱਗੇ ਹੁੰਦੇ ਨੇ ਕਿ ਇਸ ਮਸਜਿਦ ਦੇ ਵਿੱਚ ਵਹਾਬੀ ਤੇ ਦਿਓਬੰਦੀ ਦਾ ਦਾਖਲਾ ਮਮਨੂ ਹੈ? ਉਹ ਵੀ ਬਹੁਤ ਸਾਰੇ ਮਿਲ ਜਾਂਦੇ ਨੇ। ਉਹ ਆਪ ਸਾਨੂੰ ਦੱਸੋ ਨਾ, ਅਸੀਂ ਤੱਕੀਆ ਕਿੱਥੇ ਲਿਖਿਆ ਉਹ ਤੁਸੀਂ? ਅੱਛਾ, ਤੁਹਾਨੂੰ ਕੋਈ ਨਹੀਂ ਨਜ਼ਰ ਆਇਆ? ਆਪਣਾ ਟੋਨੀ ਸਾਹਿਬ ਜੇ ਤੁਹਾਡਾ ਦਾਦਕਾ ਮਹੱਲਾ ਵੇ ਸ਼ਾਹ ਸਾਹਿਬ ਦੇ ਮਸਜਿਦ ਦੇ ਭਾਬੀ ਦੇ, ਉਹਨਾਂ ਨੇ ਨਹੀਂ ਅੱਜ ਤੱਕ ਸਾਨੂੰ ਰੋਕਿਆ। ਉੱਥੇ ਮੈਂ ਵੀ ਨਮਾਜ਼ ਪੜ੍ਹਨਾ, ਮੈਂ ਵੀ ਤੁਹਾਡਾ ਮਹੱਲੇਦਾਰ ਹੀ ਹਾਂ, ਉਹਨਾਂ ਨੇ ਕਿਉਂ ਨਹੀਂ ਰੋਕਿਆ? ਦੱਸੋ ਹਾਂ ਜ਼ਰਾ। ਤੁਹਾਡੇ ਮਹੱਲੇ ਦੇ ਵਿੱਚ ਹੀ ਤੱਕ ਪਤਾ ਨਹੀਂ ਲੱਗਾ ਹੋਣਾ ਨਾ, ਤੇ ਉਹ ਜੀ ਉਹਨਾਂ ਨੂੰ ਸਾਰਾ ਪਤਾ ਹੈ। ਸ਼ਾਹ ਸਾਹਿਬ ਨੂੰ ਤਾਂ ਮੈਂ ਵੀਡੀਓ ਕਾਲ ਲਾ ਕੇ ਭਾਈ ਅਲੀ ਭਾਈ, ਮੁਸਲਮਾਨੋ ਭਰਾਵੋ, ਅਗਰ ਜਾਨ ਦੀ ਮਾਨ ਪਾਵਾਂ ਤੇ ਮੈਂ ਇੱਕ ਗੱਲ ਅਰਜ਼ ਕਰਾਂ ਜੀ। ਤੁਹਾਡੀ ਗੱਲ ਤੋਂ ਪਤਾ ਲੱਗ ਗਿਆ ਤੁਸੀਂ ਕੁਝ ਚੱਲ ਨਹੀਂ ਆਮਰ ਭਾਈ ਸੁਣੋ, ਅੱਲਾ ਦੀ ਕਸਮੇ ਮੈਂ ਇੱਕ ਮਸਜਿਦ ਤੇ ਨਮਾਜ਼ ਪੜ੍ਹ ਰਿਹਾ ਸਾਂ, ਰਫਾ दैन ਕਰਕੇ ਮੈਨੂੰ ਉੱਥੇ ਦੇ ਲੋਕਾਂ ਨੇ ਕੱਢਿਆ ਸੀ। ਆਇੰਦਾ ਇੱਥੇ ਨਾ ਆਈ। ਪਾਕਿਸਤਾਨ ਦੀ ਗੱਲ ਕਰ ਰਿਹਾ, ਰਾਵਲਪਿੰਡੀ ਦੀ ਗੱਲ ਕਰ ਰਿਹਾ। ਓਏ ਇਹੋ ਜਿਹੇ ਮੁਤਸ਼ੱਦਦ, ਉਹ ਬੇਵਕੂਫ ਆਦਮੀ, ਅਸੀਂ ਕਦੋਂ ਇਨਕਾਰ ਕੀਤਾ ਕਿ ਇਹੋ ਜਿਹੇ ਮੁਤਸ਼ੱਦਦ ਲੋਕ ਮੁਸਲਮਾਨਾਂ 'ਚ ਨਹੀਂ ਹਨ? ਕਦੇ ਇਨਕਾਰ ਕੀਤਾ? ਅਸੀਂ ਸਵੇਰੇ ਦਾ ਮਾਤਮ ਕੀਤਾ ਕਿ ਬੜੇ ਬੜੇ ਮੁਤਸ਼ੱਦਦ ਤੇ ਬੇਵਕੂਫ ਲੋਕ ਨੇ, ਅਨਪੜ੍ਹ ਤੇ ਜਾਹਿਲ ਲੋਕ ਨੇ, ਉਹ ਆਪਣੇ ਆਪ ਨੂੰ ਆਲਮੇ ਦੀਨ ਖਵਾਉਂਦੇ ਨੇ ਤੇ ਇੱਥੇ ਲੋਕਾਂ ਦੀਆਂ ਤਲਾਸ਼ੀਆਂ ਲੈਂਦੇ ਫਿਰਦੇ ਨੇ। ਦੱਸੋ ਵੀ ਤੁਹਾਡੀ ਜੇਬ 'ਚ ਕੀ ਹੈ ਤੇ ਤੁਹਾਡੀ ਜੇਬ 'ਚ ਕੀ? ਛੱਡੋ ਪਰਾਂ, ਇਸ ਗੱਲ ਦਾ ਨਹੀਂ ਅਸੀਂ ਗੱਲ ਪੇ ਕਰਦੇ। ਗੱਲ ਇਹ ਪੇ ਕਰਨੇ ਆ ਕਿ ਜਿਹੜੀ ਇਹਨਾਂ ਦੀ ਅਕਾਇਦ ਦੀ ਪੋਜੀਸ਼ਨ ਹੈ, ਅਗਰ ਇਹਨਾਂ ਦੇ ਅਕਾਇਦ ਕਿਸੇ ਅੱਗੇ ਰੱਖੇ ਜਾਣ ਤੇ ਇਹ ਟੋਨੀ ਸਾਹਿਬ ਪਿਆਂਦੇ ਸਨ ਕਿ ਜਿਨ੍ਹਾਂ ਮੁਲਕਾਂ 'ਚ ਸਖਤੀ ਨਹੀਂ, ਉਹ ਕਿਹੜੇ ਮੁਲਕ ਨੇ? ਇੱਕ ਦੋ ਮੁਲਕ ਦਾ ਨਾਮ ਦੱਸੋ ਹਾਂ ਜਿੱਥੇ ਸਖਤੀ ਨਹੀਂ। ਤੇ ਤੁਸੀਂ ਕਹੋ ਕਿ ਮੈਂ ਇੱਕ ਮਦਈਏ ਨਬੂਵਤ ਦਾ ਪੈਰੋਕਾਰ ਹਾਂ, ਉਹ ਆਖਣਗੇ ਕਿ ਚਲੋ ਤੁਸੀਂ ਮੁਸਲਮਾਨਾਂ ਦਾ ਫਿਰਕਾ ਹੀ ਹੋ ਨਾ, ਖੈਰ ਹੀ ਕੋਈ ਨਹੀਂ, ਗੱਲ ਚੱਲੇਗਾ, ਆ ਜਾਓ ਲੰਘ ਆਓ, ਚਾਹ ਪੀਓ, ਰੋਟੀ ਖਾਓ, ਪਾਣੀ ਪੀਓ, ਦੱਸੋ ਕੀ ਚਾਹੀਦਾ? ਉਹ ਕਿਹੜਾ ਮੁਲਕ ਹੈ ਜੀ ਟੋਨੀ ਸਾਹਿਬ? ਬਹੁਤ ਸਾਰੇ ਮੁਲਕ ਨੇ, ਕੋਈ ਇੱਕ ਅੱਧਾ ਹੋਵੇ ਐਵੇਂ। ਜਿਸ ਤਰ੍ਹਾਂ ਮੁਤਸ਼ੱਦਦ ਜਿਹੜੇ ਨੇ ਉਹ ਹੁੰਦੇ, ਪਰਸੈਂਟੇਜ ਉਹਨਾਂ ਦੀ ਘੱਟ ਹੁੰਦੀ ਹੈ। ਕਿਸੇ ਇੱਕ ਦਾ ਨਾਮ ਦੇ ਦਿਓ। ਤੁਹਾਡੇ ਕੋਈ ਇਲਮ ਕੋਈ ਨਹੀਂ ਦੁਨੀਆ ਦੇ ਕਿਨਾਰੇ ਤੋਂ ਬਾਹਰ ਹੈ ਮੁਲਕ। ਮੇਰੇ ਇਲਮ 'ਚ ਨਹੀਂ ਹੈ, ਪਲੀਜ਼ ਦੱਸ ਦਿਓ, ਮੇਰੇ ਆਉਣ ਤੱਕ ਦੱਸ ਦਿਓ, ਮੈਂ ਆਇਆ ਜੀ 1-2 ਮਿੰਟ। ਟੋਨੀ ਸਾਹਿਬ ਦੱਸਦੇ ਨੇ ਨਾ ਅਮਰ ਭਾਈ ਨੂੰ, ਉਹਨਾਂ ਨੂੰ ਆਖੋ ਕਿ ਤਬਲੀਗ ਜਿਹੜੀ ਹੈ ਦੁਨੀਆ ਦੇ ਕਿਨਾਰਿਆਂ ਤੋਂ ਬਾਹਰ ਨਿਕਲ ਗਈ ਹੈ। ਜੇ ਉਹਨਾਂ ਨੂੰ ਇੰਨਾ ਵੀ ਨਹੀਂ ਇਲਮ ਹੈਗਾ ਤੇ ਉਹਨਾਂ ਨੂੰ ਪਹਿਲੇ ਤੇ ਉਹ ABC ਸਿਖਾਣੀ ਪਏਗੀ ਨਾ, ਫਿਰ ਲੰਮੇ ਪੈਂਡੇ ਨੇ ਨਾ। ਇੱਕ ਗਵਰਨਮੈਂਟ ਅਦਾਰੇ ਦਾ ਬੋਰਡ ਲੱਗਾ ਤੁਹਾਡੇ ਇਬਾਦਤਗਾਹ ਦੇ ਬਾਹਰ, ਇਸ ਬਾਰੇ ਕੀ ਕਹਿ ਸਕਦੇ ਤੁਸੀਂ ਉੱਥੇ ਮਲੇਸ਼ੀਆ ਦੇ ਵਿੱਚ? ਉਹ ਉਹਨਾਂ ਦੀ ਬਦਕਿਸਮਤੀ ਹੈ। ਹੁਣ ਕੀ